बिस्मिल्लाहिर्रहमानिर्रहीम। अस्सलामुअलैकुम नाजरीन, तमाम दोस्त अहबाब को फार्मिंग एंड बिजनेस आइडियाज़ में फराज अब्बास की जानब से खुशामदीद। दोस्तों, आज पहली दफ़ा 100 कटियों के फार्म पर मौजूद हूँ। इससे कबल आपने 100 भैंसों का फार्म तो देखा होगा, लेकिन 100 कटियों का फार्म पहली दफ़ा देख रहे होंगे। ये बड़ी कटियों का फार्म है, जुवेद साहब का ये फार्म है। इससे पहले ये ईद के लिए बछड़े तैयार करके सेल करते थे। 12-13 साल इन्होंने बछड़े खरीद कर ईद पर सेल किए, लेकिन पिछली ईद पर इनको बछड़ों में नुकसान हुआ, जिसकी वजह से इन्होंने बछड़ों को छोड़कर अब कटियों का कारोबार शुरू कर लिया है। तो आज की इस वीडियो में कटियों की खरीदारी के बारे में पूछेंगे। कितने में इन्होंने कटियां खरीदी, इनको क्या खिलाते पिलाते हैं, बीमारियों का क्या इलाज करते हैं, कितना खर्चा आ जाता है और कितने अरसा बाद ये कटियां तैयार हो जाएंगी, सोने के काबिल बन जाएंगी और ये कब इनको सेल करेंगे, ये तमाम मालूमात इस वीडियो में हासिल की जाएंगी। वीडियो को मुकम्मल लाजमी देखें, इंशाअल्लाह अज़्ज़ वजल फ़ायदा ज़रूर होगा। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम भाईजान, की हाल है? शुक्र अल्लाह पाक दा। सब तो पहले अपना नाम दस दियो। मोहम्मद जुवेद। जुवेद साहब, तुहाडे फार्म ते इस टाइम किन्नियां कटियां ने? 100 जे। ਇਹ ਕਿੰਨੇ ਮਹੀਨੇ ਪਹਿਲੇ ਤੁਸੀਂ ਕਟੀਆਂ ਦਾ ਕੰਮ ਸ਼ੁਰੂ ਕੀਤਾ ਹੈ? ਇਹ 3 ਮਹੀਨੇ। ਤੇ ਇਸ ਤੋਂ ਪਹਿਲੇ ਕੀ ਕਰਦੇ ਹੋ? ਇਸ ਤੋਂ ਪਹਿਲੇ ਕੁਰਬਾਨੀ ਵਾਲਾ ਮਾਲ ਬੱਚੇ ਰੱਖਿਆ। ਉਹ ਕਿੰਨੇ ਸਾਲ ਹੋ ਗਏ ਹਨ ਤੁਹਾਨੂੰ ਕੰਮ ਕਰਦੇ ਆ? ਉਹ ਸਾਨੂੰ 10-15 ਸਾਲ ਹੋ ਗਏ। ਤੇ ਉਹ ਕੀ ਵਜ੍ਹਾ ਬਣੀ ਕਿ ਤੁਸੀਂ ਵੱਛੇ ਛੱਡ ਕੇ ਤੇ ਹੁਣ ਕਟੀਆਂ ਵਾਲੇ ਪਾਸੇ ਆ ਗਏ ਹੋ? ਇਹ ਜਿਹੜਾ ਨਾ ਕੰਮ ਮੰਡੀ ਡਾਊਨ ਹੋ ਗਈ ਤੇ ਸਾਨੂੰ ਘਾਟਾ ਪਿਆ ਜੇ ਬਾਬਾ, ਤੇ ਉਹਦੀ ਵਜ੍ਹਾ ਤੋਂ ਹਾਂ ਝੋਟੀਆਂ ਪਾ ਲਈ। ਅੱਛਾ, ਉਸ ਵਜ੍ਹਾ ਤੋਂ ਤੁਸੀਂ ਝੋਟੀਆਂ ਪਾਈਆਂ ਨੇ? ਹਾਂਜੀ। ਤੇ ਇਸ ਟਾਈਮ ਤੁਹਾਡੇ ਫਾਰਮ ਤੇ ਜਿੰਨੀਆਂ 100 ਦੇ ਕਰੀਬ ਝੋਟੀਆਂ ਨੇ, ਇਹਨਾਂ ਦੀ ਕੋਈ ਉਮਰ ਜਾਂ ਦੰਦਾਂ ਦੇ ਹਿਸਾਬ ਨਾਲ ਦਾ ਛੜੋ ਕਿ ਕਿੰਨੀ ਕੁ ਉਮਰ ਦੀਆਂ ਨੇ? ਇਹ ਦੋਂਦੀਆਂ ਚੋਗੀਆਂ ਜੇ, ਵਿੱਚ ਕੋਈ ਛਿੱਗੀ ਹੋਣੀ, ਕੋਈ ਬਿੱਲੀ ਡਾਵੇਂ। ਠੀਕ ਹੈ, ਯਾਨੀ ਕਿ ਦੋਂਦੀਆਂ ਚੋਗੀਆਂ ਤੇ ਛਿੱਗੀਆਂ ਵੀ ਨੇ? ਛਿੱਗੀ ਕੋਈ ਥੋੜੀਆਂ ਹੋਣੀਆਂ ਨੇ, ਇੱਕ ਅੱਧੀ ਹੋਏ ਦੀ, ਦੋਂਦੀਆਂ ਚੋਗੀਆਂ ਨੇ। ਅੱਛਾ, ਜ਼ਿਆਦਾ ਦੋਂਦੀਆਂ ਤੇ ਚੋਗੀਆਂ ਨੇ। ਤੁਸੀਂ 100 ਕੱਟੀ ਇੱਕ ਦਿਨ ਹੀ ਖਰੀਦੀ ਹੈ ਜਾਂ ਮੁਖਤਲਿਫ ਦਿਨਾਂ ਵਿੱਚ ਜਾ ਕੇ ਖਰੀਦੀਆਂ ਜੀ? ਇਹ ਮੰਡੀ ਦੇ ਵਾਰ ਮਕਸਦ ਖਰੀਦੀਆਂ ਨੇ। ਕਿਹੜੀ ਮੰਡੀ ਚੋਂ ਖਰੀਦੀਆਂ ਜੀ? ਲਾਹੌਰੋਂ ਖਰੀਦੀਆਂ ਸਾਰੀਆਂ। ਹਾਂਜੀ। ਇੱਕ ਦਿਨ ਕਿੰਨੀਆਂ ਖਰੀਦ ਕੇ ਲਿਆਉਂਦੇ ਹੋ? ਇੱਕ ਦਿਨ ਸਮਝ ਲਓ 24-25 ਲਿਆਂਦੀਆਂ। ਠੀਕ ਹੈ, ਤੇ ਸਾਰੀਆਂ ਲਾਹੌਰੋਂ ਹੀ ਖਰੀਦੀਆਂ ਨੇ। ਤੁਹਾਡੀ ਜਿਹੜੀ ਖਰੀਦਦਾਰੀ ਤੁਹਾਨੂੰ ਐਵਰੇਜ ਇੱਕ ਜਾਨਵਰ ਕਿੰਨੇ ਦਾ ਪੈ ਗਿਆ? ਇਹ ਸਾਨੂੰ ਇੱਕ ਜਾਨਵਰ 94,000 ਨਾਲ ਪੈਂਦਾ ਸਾਰਿਆਂ ਦੀ ਐਵਰੇਜ। ਉਸ ਤਰ੍ਹਾਂ ਹੈ 80-85 ਦੀ ਵੀ ਖਰੀਦੀ ਹੈ, 90-95 ਦੀ, ਇੱਕ 10-15 ਦੀ ਵੀ ਖਰੀਦੀ ਹੈ। ਐਵਰੇਜ 94,000। ਹਾਂਜੀ। ਤੇ ਇਹ ਜਿਹੜੇ ਤੁਹਾਡੇ ਜਾਨਵਰ ਨੇ ਕਿਹੜੀ ਕਿਹੜੀ ਨਸਲ ਦੇ ਨੇ? ਇਹ ਨਸਲ ਝੋਟੀਆਂ ਜਿਹੜੀਆਂ ਨੇ ਸਾਈਵਾਲ ਦੀਆਂ, ਕੁਝ ਜਿਹੜਾ ਨਾ ਚੀਚਾ ਵਤਨੀ ਦੀਆਂ, ਕੋਈ ਟੋਬੇ ਦੀਆਂ ਨੇ। ਅੱਛਾ, ਮਿਕਸ ਹੀ ਨੇ, 3-4 ਨਸਲਾਂ ਨੇ। ਨੀਲੀ ਰਾਵੀ ਦੀ ਕੋਈ ਨਸਲ ਹੈ ਜੀ? ਹਾਂਜੀ, ਹੈ ਨੇ ਵਿੱਚ। ਤੇ ਖਰੀਦਦਾਰੀ ਕੱਲਿਆਂ ਕੀਤੀ ਜਾਂ ਕਿਸੇ ਨੂੰ ਨਾਲ ਖੜਿਆ ਹਜੇ? ਨਹੀਂ, ਵਾਲਾ ਸਾਹਿਬ ਨੇ ਕੀਤੀ। ਤੇ ਤੁਹਾਡਾ ਹੁਣ ਮਕਸਦ ਕੀ ਹੈ, ਇਹਨਾਂ ਨੂੰ ਵਨ ਲਵਾ ਕੇ ਵੇਚਣਾ ਜਾਂ ਜਦੋਂ ਸੂਣਦੀਆਂ ਫੇਰ ਵੇਚਣਾ? ਹਾਂਜੀ, ਇਹ ਜਿਵੇਂ ਜਿਵੇਂ ਸੂਣਦੀਆਂ ਨਾ ਤਿਆਰ ਹੋਣਦੀਆਂ ਵੇਚੀ ਜਾਵਾਂ। ਫਰਜ਼ ਕੀਤਾ ਇੱਕ ਤੁਹਾਡੀ ਝੋਟੀ ਤਿਆਰ ਹਲੇ ਸੂਈ ਨਹੀਂ, ਉਹਨੂੰ ਵੀ ਵੇਚ ਦੋਦੇ ਜਾਂ ਜਦੋਂ ਸੂਏ ਦੀ ਫੇਰ ਹੀ ਵੇਚਣਾ? ਨਹੀਂ, ਤਿਆਰ ਹੋ ਪਏ ਦੀ ਤੇ ਵੇਚਣਾ। ਅਗਰ ਕੋਈ ਬੰਦਾ ਤੁਹਾਡੇ ਕੋਲੋਂ ਤਿਆਰ ਝੋਟੀ ਜਾਂ ਸੂਈ ਮੱਝ ਕਹਿ ਲੋ ਲੈਣਾ ਚਾਹੁੰਦਾ ਹੈ ਤੇ ਤੁਹਾਡੇ ਨਾਲ ਰਾਬਤਾ ਕਰ ਸਕਦਾ ਹੈ? ਹਾਂਜੀ। ਤੁਹਾਡਾ ਨੰਬਰ ਮੈਂ ਸਕਰੀਨ ਤੇ ਦੇ ਦਾਂਗਾ। ਠੀਕ ਹੈ। ਤੇ ਇਸ ਟਾਈਮ ਕੋਈ ਜਾਨਵਰ ਵਨ ਲੱਗੇ ਵੀ ਜੇ ਕਿ ਨਹੀਂ? ਨਹੀਂ, ਇਸ ਟਾਈਮ ਕੋਈ ਜਾਨਵਰ ਵਨ ਨਹੀਂ ਲੱਗਾ। 100 ਝੋਟੀਆਂ ਵਿੱਚ ਕਿੰਨੇ ਝੋਟੇ ਰੱਖੇ ਜੇ? ਝੋਟੇ 2 ਜੇ। 2 ਝੋਟੇ ਕਾਫੀ ਨੇ? 3 ਹਜੇ ਤੇ ਇੱਕ ਵੇਚ ਛੜਿਆ, 2 ਨੇ ਇਸ ਟਾਈਮ। 2 ਨੇ ਜੀ। ਅੱਛਾ ਭਾਈ, ਇਹ ਦੱਸਿਓ ਤੁਸੀਂ ਆਪਣੇ ਜਾਨਵਰਾਂ ਦੀ ਖੁਰਾਕ ਕੀ ਰੱਖੀ ਹੈ? ਇਹਨਾਂ ਨੂੰ ਰੋਜ਼ਾਨਾ ਕੀ ਖਿਲਾਉਂਦੇ ਪਿਲਾਉਂਦੇ ਹੋ? ਸਵੇਰ ਤੋਂ ਲੈ ਕੇ ਨਾ ਸ਼ਾਮ ਤੱਕ ਦੀ ਰੂਟੀਨ ਦੱਸਣੀ ਜੇ। ਇਹਨਾਂ ਨੂੰ ਸੈਲਡ ਜਿਹੜਾ ਉਹ ਪਹਿਲਾਂ ਪਾਉਂਦੇ ਰਹੇ ਆ। ਸਾਈਲੇਜ? ਹਾਂਜੀ, ਪੱਠਿਆਂ ਦੇ ਨਾਲ ਪਾਉਂਦੇ ਰਹੇ ਆ। ਹੁਣ ਸਮਝ ਲਓ ਤੂੜੀ, ਪਰਾਲੀ ਤੇ ਸਟਾਲਾ ਪਾਉਂਦੇ। ਤੇ ਸਾਈਲੇਜ ਕਿਉਂ ਛੱਡਿਆ? ਉਹ ਹੁਣ ਮਹਿੰਗਾ ਹੋ ਗਿਆ ਹੈ ਤੇ ਜਿਹੜਾ ਨਾ ਪੱਠੇ ਹੋ ਪਿਆ ਹਨ ਤੇ ਇਹ ਪਾਉਣ ਲੱਗ। ਅੱਛਾ, ਯਾਨੀ ਕਿ ਹੁਣ ਮਹਿੰਗਾ ਮਿਲਦਾ ਪਿਆ, ਹੁਣ ਪੱਠੇ ਜਿਹੜੇ ਨੇ ਉਹ ਸਸਤੇ ਮਿਲਦੇ ਨੇ ਜੀ, ਤਾਂ ਵਾਸਤੇ ਤੁਹਾਂ ਦੱਸਿਆ ਕਿ ਤੂੜੀ, ਪਰਾਲੀ ਤੇ ਸਟਾਲਾ ਪਾਉਂਦੇ ਹੋ ਪਏ। ਉਹਨਾਂ ਨੂੰ ਵੰਡਾ ਤੇ ਨਹੀਂ ਪਾਉਣ ਦੀ ਜ਼ਰੂਰਤ ਹੁੰਦੀ? ਨਹੀਂ, ਵੰਡਾ ਨਹੀਂ ਪਾਇਆ। ਅੱਛਾ, ਤੇ ਤੂੜੀ ਤੇ ਉਹ ਜਿਹੜਾ ਦੂਸਰਾ ਸਟਾਲਾ ਤੇ ਪਰਾਲੀ ਉਹ ਰੋਜ਼ਾਨਾ ਕਿੰਨਾ ਇੱਕ ਜਾਨਵਰ ਖਾਈ ਜਾਂਦਾ? ਉਹ ਸਮਝ ਲਓ ਕੋ 15-16 ਸਿਰ ਜਿਹੜਾ ਨਾ ਇੱਕ ਜਾਨਵਰ ਖਾ ਲੈਂਦਾ। ਇਹ ਉਹ ਜਿਹੜਾ ਪਰਾਲੀ ਸਾਰੇ ਸਮਝ ਲਓ ਪੱਠੇ ਜਿਹੜਾ ਨਾ 15-16 ਸਿਰ ਇੱਕ ਟਾਈਮ ਦੇ? ਇੱਕ ਟਾਈਮ ਦਾ ਜਾਨਵਰ। ਠੀਕ ਹੈ। ਇਹਨਾਂ ਨੂੰ ਬਾਹਰ ਚਾਰਨ ਵਾਸਤੇ ਨਹੀਂ ਖੜਦੇ? ਨਹੀਂ, ਬਾਹਰ ਨਹੀਂ ਖੜਦੇ। ਇੱਥੇ ਫਾਰਮ ਤੇ ਰੱਖ ਕੇ? ਜੀ, ਇੱਥੇ। ਠੀਕ ਹੈ। ਤੇ ਇਸ ਤੋਂ ਇਲਾਵਾ ਪਾਣੀ ਦਾ ਕੀ ਬੰਦੋਬਸਤ ਹੈ? ਪਾਣੀ ਮੋਟਰ ਲਵਾਈ ਜੇ ਤੇ ਹੌਦੀ ਭਰ ਛੜੀ ਦੀ, ਜਦੋਂ ਪੀ ਲੈਂਦੀਆਂ ਨੇ ਫਿਰ ਪਾ ਦਿੰਦੀ।
ਆਪ ਹੀ ਪੀਂਦੀਆਂ ਨੇ? ਹਾਂਜੀ। ਤੁਸੀਂ ਜਾਨਵਰ ਖੁੱਲੇ ਛੱਡੇ ਨੇ, ਤੁਹਾਨੂੰ ਪਰੇਸ਼ਾਨੀ ਨਹੀਂ ਹੁੰਦੀ? ਨਹੀਂ, ਕੋਈ ਪਰੇਸ਼ਾਨੀ। ਇੰਜ ਕੰਮ ਆਸਾਨ ਹੈ ਜੀ। ਤੇ ਕਿੰਨੇ ਬੰਦੇ ਸੰਭਾਲਦੇ ਉਹਨਾਂ ਨੂੰ? ਬੰਦੇ 3 ਜੇ। ਇਹ ਮੁਲਾਜ਼ਮ ਨੇ? ਹਾਂਜੀ। ਤੇ ਮੁਲਾਜ਼ਮ ਦੀ ਕੀ ਤਨਖਾਹ ਚੱਲਦੀ ਹੈ ਬਈ? 15,000 16,000 12,000। ਇਸ ਤੋਂ ਇਲਾਵਾ ਖਾਣ ਪੀਣ ਵੀ ਦਿੰਦੇ ਉਹਨਾਂ ਨੂੰ? ਹਾਂਜੀ, ਸਿਗਰਟ ਪਾਣੀ ਵੀ, ਖਾਣ ਪੀਣ ਵੀ। ਠੀਕ ਹੈ। ਇਹ ਦੱਸੋ ਜਿਹੜਾ ਤੁਹਾਡਾ ਸ਼ੈੱਡ ਹੈ, ਇੱਕ ਸ਼ੈੱਡ ਹੈ ਸਾਹਮਣੇ ਨਜ਼ਰ ਆ ਰਿਹਾ ਦੀ ਲੰਬਾਈ ਜ਼ਿਆਦਾ ਹੈ, ਇੱਕ ਉਹ ਸਾਹਮਣੇ ਦੂਸਰਾ ਹੈ, ਇਹ ਜਿਹਦੇ ਵਿੱਚ ਤੁਸੀਂ ਮੌਜੂਦ ਹੋ ਅਦੀ ਕਿੰਨੀ ਲੰਬਾਈ ਤੇ ਕਿੰਨੀ ਚੌੜਾਈ ਹੈ? ਇਹ ਸਮਝ ਲਓ ਕਨਾਲ ਜਗ੍ਹਾ ਜਿਹਦੇ ਚ ਫਾਰਮ ਬਣਾਇਆ ਟੋਟਲ ਜੀ। ਸ਼ੈੱਡ ਦੀ ਲੰਬਾਈ ਦਾ ਨਹੀਂ ਅੰਦਾਜ਼ਾ ਹੈ? ਇਹ ਨਹੀਂ ਪਤਾ। ਅੱਛਾ, ਟੋਟਲ ਤੁਹਾਡਾ ਕਨਾਲ ਜਗ੍ਹਾ ਹੈ, ਉਹਦੇ ਵਿੱਚ ਤੁਹਾਡੇ 2 ਸ਼ੈੱਡ ਨੇ ਤੇ ਨਾਲ ਹੈ ਓਪਨ ਏਰੀਆ ਵੀ ਹੈ, ਤੁਸੀਂ ਹੌਜ਼ ਵੀ ਬਣਾਇਆ, ਪਾਣੀ ਦਾ ਸਿਸਟਮ ਵੀ ਉਹ ਸਾਹਮਣੇ ਲਾਇਆ ਹੈ। ਭਾਈ ਜਦੋਂ ਤੁਸੀਂ ਜਾਨਵਰ ਮੰਡੀ ਚੋਂ ਲੈ ਕੇ ਆਏ ਹੋ ਹਾਂਜੀ, ਆਪਣੇ ਫਾਰਮ ਤੇ ਲਿਆਉਣ ਤੋਂ ਬਾਅਦ ਇਹਨਾਂ ਦੀ ਕੋਈ ਵੈਕਸੀਨ ਕੀਤੀ ਹਜੇ? ਹਾਂਜੀ, ਟੀਕੇ ਵਗੈਰਾ ਲਵਾਏ ਹਨ। ਕਿਹੜੇ ਕਿਹੜੇ ਟੀਕੇ ਲਗਵਾਏ ਹਜੇ? ਇਹ ਮੈਨੂੰ ਨਹੀਂ ਪਤਾ, ਵਾਲਾ ਸਾਹਿਬ ਲਿਆਂਦੇ ਆ। ਇਹ ਖੁਦ ਲਾਏ ਹਨ ਜਾਂ ਡਾਕਟਰ ਨੂੰ ਬੁਲਾਇਆ ਸੀ? ਨਹੀਂ, ਆਪੇ ਲਾਇਆ ਸਾਰੇ ਜਾਨਵਰਾਂ ਨੂੰ ਜੀ। ਇਸ ਤੋਂ ਇਲਾਵਾ ਸੁਣਿਆ ਕਿ ਜਦੋਂ ਜਾਨਵਰ ਮੰਡੀ ਚੋਂ ਖਰੀਦ ਕੇ ਲੋਕ ਲੈ ਕੇ ਜਾਂਦੇ ਨੇ ਉਹਨਾਂ ਨੂੰ ਪਾਣੀ ਲੱਗਦਾ ਮਸਲਾ ਵੀ ਹੋ ਜਾਂਦਾ ਹੈ? ਹਾਂਜੀ, ਹੋ ਜਾਂਦਾ। ਉਹ ਹਾਂ ਫਾਸਟ ਟੀਕੇ ਲਾ ਲਏ ਹਨ, ਉਹਦਾ ਵੀ ਪਹਿਲੇ ਬੰਦੋਬਸਤ ਕਰ ਲਿਆ? ਹਾਂਜੀ। ਭਾਈ ਇਹ ਦੱਸਿਓ ਤੁਹਾਡੇ ਇੱਕ ਜਾਨਵਰ ਤੇ ਜਾਂ ਸਾਰੇ ਜਾਨਵਰਾਂ ਤੇ ਰੋਜ਼ਾਨਾ ਦਾ ਕਿੰਨਾ ਕੁ ਖਰਚਾ ਹੁੰਦਾ ਹੈ? ਇਹ ਸਮਝ ਲਓ ਇੱਕ ਜਾਨਵਰ ਤੇ 200-250 ਰੁਪਏ ਖਰਚਾ ਆ ਜਾਂਦਾ ਰੋਜ਼ਾਨਾ ਦਾ ਜੀ। ਉਹਦੇ ਵਿੱਚ ਮਜ਼ਦੂਰੀ ਸ਼ਾਮਲ ਹੈ, ਦਵਾਈਆਂ ਦਾ ਖਰਚਾ ਸ਼ਾਮਲ ਹੈ, ਇਹਨਾਂ ਦਾ ਖਾਣ ਪੀਣ ਸਭ ਕੁਝ ਸ਼ਾਮਲ ਹੈ? ਹਾਂਜੀ। ਭਾਈ ਇਹ ਦੱਸਿਓ ਅਗਰ ਜਾਨਵਰ ਜ਼ਿਆਦਾ ਹੋਣ ਫਿਰ ਜਾਨਵਰਾਂ ਦਾ ਖਰਚਾ ਘੱਟ ਹੁੰਦਾ ਹੈ ਕਿ ਜ਼ਿਆਦਾ ਹੁੰਦਾ ਹੈ? ਅਸੀਂ ਅੱਗੇ ਤੁਹਾਨੂੰ ਸਵਾਲ ਪੁੱਛਿਆ ਨਾ, ਇੱਕ ਜਾਨਵਰ ਦਾ ਤੇ ਤਕਰੀਬਨ 200 ਤੁਸੀਂ ਕਿਹਾ ਜੀ। ਅਗਰ ਜ਼ਿਆਦਾ ਜਾਨਵਰ ਨੇ 100 ਜਾਨਵਰ ਮਾਸ਼ਾਅੱਲਾ ਕਾਫੀ ਜ਼ਿਆਦਾ ਹੈ, 100 ਜਾਨਵਰ ਤੇ ਖਰਚਾ ਫਿਰ ਘੱਟ ਹੋਏਦਾ? ਹਾਂਜੀ, ਇਹ ਖਰਚਾ ਫਿਰ ਘੱਟ ਜਾਂਦਾ, ਜਾਨਵਰ ਜਿੰਨੇ ਜ਼ਿਆਦਾ ਹੋਣ ਉਵੇਂ ਖਰਚਾ ਘੱਟ ਜਾਂਦਾ ਹੈ। ਭਾਈ ਇਹ ਦੱਸਿਓ ਤੁਹਾਨੂੰ 3 ਮਹੀਨੇ ਹੋ ਗਏ ਨੇ ਕੱਟੀਆਂ ਲਿਆਂਦੇ ਆ? ਹਾਂਜੀ, 3 ਮਹੀਨੇ। ਹੋਰ ਤੁਸੀਂ ਇੱਕ ਕੱਟੀ ਨੂੰ ਆਪਣੇ ਫਾਰਮ ਤੇ ਕਿੰਨੇ ਕੁ ਮਹੀਨੇ ਜਾਂ ਕਿੰਨਾ ਅਰਸਾ ਰੱਖੋਦੇ ਤੇ ਫਿਰ ਤੇ ਤੁਹਾਡੀ ਡਿਮਾਂਡ ਦੇ ਮੁਤਾਬਕ ਪੂਰੀ ਹੋਈ ਹੈ ਜੀ ਫਿਰ ਸੇਲ ਕਰੋ ਦੇ? ਇਹ ਸਮਝ ਲਓ ਤਿਆਰ ਹੋਏ ਦੀ ਇਹ 10ਵੇਂ 11ਵੇਂ ਦਾ ਮਹੀਨੇ ਦਾ ਭੱਖ ਲੈ ਕੇ ਸੁਣਦੀ ਹੈ। ਇਹ ਸਮਝ ਲਓ 3 ਮਹੀਨੇ ਹੋ ਗਏ ਲਿਆਂਦਿਆਂ ਤੇ ਇਹ ਜਿਹੜਾ ਨਾ ਤਿਆਰ ਕਰਕੇ ਵੇਚਾਂ ਦੇ। ਤਿਆਰ ਹੁਣ ਕਿੰਨੀ ਕੁ ਦੇਰ ਸੇ ਨਵੀਆਂ ਹੁੰਦੀਆਂ? ਹਿਸਾਬ ਲਾ ਲਓ 3 ਮਹੀਨੇ ਹੋ ਗਏ ਨੇ, ਪਾਸ ਨਹੀਂ ਕਰਾਈਆਂ ਅਜੇ। ਅਸੂ ਕੱਤੇ ਨੂੰ ਸਾਰੀਆਂ ਹੋਣੀਆਂ ਨੇ। ਠੀਕ ਹੈ, ਅਸੂ ਕੱਤੇ ਤੇ ਕਰ ਤਿਆਰ ਹੋ ਪੈਂਦੀਆਂ ਵੇਚ। ਅਸੂ ਕੱਤੇ ਕਿਹੜੇ ਮਹੀਨੇ ਨੂੰ ਕਹਿੰਦੇ, ਕਿੰਨੇ ਕੁ ਮਹੀਨੇ ਰਹਿ ਗਏ ਨੇ ਅਸੂ ਕੱਤੇ ਨੂੰ? ਸਮਝ ਲਓ 8-9 ਮਹੀਨੇ ਆਏ ਨੇ। ਅੱਛਾ, ਇਹ ਦੱਸੋ ਜਿਹੜੀ ਤੁਸੀਂ ਐਵਰੇਜ ਝੋਟੀ ਲਈ ਹੈ 94,000 ਦੀ, ਤੁਸੀਂ ਉਹਨੂੰ ਤਕਰੀਬਨ ਸਾਲ ਸਵਾ ਸਾਲ ਰੱਖੋ ਦੇ, ਉਹ ਤੁਹਾਨੂੰ ਇਸ ਤੋਂ ਬਾਅਦ ਕੀ ਦੇਈਏ ਦੀ ਜਾਂ ਕਿੰਨੇ ਕੁ ਦੀ ਵਿਕ ਜੇ ਦੀ? ਇਹ ਵੇਖੋ ਨਾ, ਮਾਲਕ ਨੂੰ ਪਤਾ ਕੀ ਰੋਜ਼ੀ ਲੱਭਣੀ, ਇਹਨਾਂ ਦੀ ਖਿਦਮਤ ਤੇ ਕਰਨੇ ਆ। ਠੀਕ ਹੈ, ਤੇ ਵੇਖੋ ਮਾਰਕੀਟ ਦੇ ਹਿਸਾਬ ਨਾਲ ਹੀ ਹੈ ਨਾ, ਕੀ ਮਕਸਦ ਮਾਰਕੀਟ ਹੁੰਦੀ ਹੈ, ਕੀ ਮਕਸਦ ਰੋਜ਼ੀ ਦਿੰਦੀ ਹੈ। ਤੇ ਸੇਲ ਕਿੱਥੇ ਕਰੋ ਦੇ, ਮੰਡੀ ਕਿਹੇ ਜੇ ਜਾਂ ਇੱਥੇ ਫਾਰਮ ਤੇ ਹੀ ਤੁਹਾਡੀਆਂ ਸੇਲ ਹੋਈਆਂ ਹੁੰਦੀਆਂ? ਇਹ ਡੇਰੇ ਤੇ ਹੋਣ ਦੀਆਂ, ਜਿਹੜੀਆਂ ਮਕਸਦ ਇੱਥੇ ਨਾ ਹੋਈਆਂ ਫਿਰ ਮੰਡੀ ਲੈ ਜਾਣ। ਮੰਡੀ ਕਿਹੜੀ ਲੈ ਕੇ ਜਾਓ ਦੇ? ਮੰਡੀ ਪਸਰੂਰ ਹੈ, ਨੇੜੇ ਪੈਂਦੀ, ਇੱਥੇ ਲੈ ਜਾਣ। ਸਿਰਫ ਪਸਰੂਰ? ਜੀ, ਪਸਰੂਰ। ਇਸ ਤੋਂ ਪਹਿਲੇ ਤੁਸੀਂ ਵੱਛੇ ਰੱਖੇ ਹਨ? ਹਾਂਜੀ। ਵੱਛੇ ਤੁਸੀਂ ਕਿਹੜੀ ਮੰਡੀ 'ਚ ਸੇਲ ਕੀਤੇ ਹਨ? ਹਾਂ, ਸਿਆਲਕੋਟ ਇੱਥੇ ਖੜ ਕੇ ਵੇਚਿਆ ਜੀ। ਤੇ ਐਤਕੀ ਤੁਹਾਨੂੰ ਉਹਦੇ 'ਚ ਨਫਾ ਨਹੀਂ ਹੋਇਆ? ਨਹੀਂ ਜੀ, ਐਤਕਾਂ ਨਫਾ ਨਹੀਂ ਹੋਇਆ। ਨੁਕਸਾਨ ਹੋਇਆ ਜਾਂ ਕੰਮ ਬਰਾਬਰ ਹੋ ਗਿਆ? ਨੁਕਸਾਨ ਹੋਇਆ, ਕੋਈ 30-32 ਲੱਖ ਰੁਪਇਆ ਨੁਕਸਾਨ। 30-32 ਲੱਖ ਨੁਕਸਾਨ ਹੋ ਗਿਆ ਜੀ। ਕਿੰਨੇ ਜਾਨਵਰ ਲੈਂਦੇ ਹਜੇ? 100 ਜਾਨਵਰ ਸੀ। 100 ਬੱਚਾ ਸੀ ਜੀ? 100 ਬੱਚਾ ਸੀ, 200 ਛਤਰਾ ਸੀ ਤੇ 100 ਬੱਕਰਾ ਹੈ। ਤੇ ਉਹ ਜਿਹੜੇ ਛਤਰੇ ਤੇ ਬੱਕਰੇ ਨੇ ਉਹਨਾਂ 'ਚ ਕੀ ਐਵਰੇਜ ਰਹੀ ਹੈ? ਉਹਨਾਂ 'ਚ ਸਮਝ ਲਓ ਛਤਰਿਆਂ 'ਚੋਂ ਕੋਈ 3-4 ਲੱਖ ਰੁਪਇਆ ਮਿਲਿਆ ਹੈ, ਦੂਜਿਆਂ 'ਚੋਂ ਬੱਕਰਿਆਂ 'ਚ ਵੀ ਨੁਕਸਾਨ ਹੋਇਆ, ਬੱਚਿਆਂ 'ਚ। ਅੱਛਾ, ਤਾਂ ਵਾਸਤੇ ਤੁਸੀਂ ਜਿਹੜਾ ਕਿ ਉਧਰੋਂ ਦੀ ਹਾਟ ਹੋ ਕੇ ਤੇ ਆ ਕੰਮ ਸ਼ੁਰੂ ਕੀਤਾ ਜੀ? ਠੀਕ ਹੈ। ਤੁਸੀਂ ਤਾਂ ਮਾਸ਼ਾਅੱਲਾ ਦੱਸ ਦਿਓ ਪਏ ਕਿ 12-13 ਸਾਲ ਤੋਂ ਬੱਚਿਆਂ ਦਾ ਕੰਮ ਕਰਦੇ ਹੋ ਪਏ ਤੇ ਤੁਹਾਡਾ ਤੇ ਕਾਫੀ ਤਜਰਬਾ ਸੀ, ਤੇ ਕੀ ਵਜ੍ਹਾ ਬਣੀ ਕਿ ਤੁਹਾਡਾ ਬੱਚਿਆਂ ਵਿੱਚ ਨੁਕਸਾਨ ਹੋ ਗਿਆ? ਬੱਚੇ ਕਾ ਨਾ ਭਾਰੇ ਬੱਚੇ ਦੀ ਮਾਰਕੀਟ ਘਟੀ ਸਾਡੇ ਕੋਲ, ਸਮਝ ਲਓ 22-23 ਮਨ ਤੇ ਕਰਵੀ ਬੱਚਾ, ਤੇ ਐਕਾ ਉਹਨਾਂ ਦੀ ਮਾਰਕੀਟ ਘਟ ਹੀ ਤੇ ਆਹ ਖਰੀਦੇ ਹਨ ਮਹਿੰਗੇ। ਆਹ 7 ਮਹੀਨੇ ਗੇਤਰੇ ਜਿਹੜਾ ਨਾ ਸਮਝ ਲਓ 2-2.5 ਲੱਖ ਦਾ, 1.5 ਲੱਖ ਦਾ ਗੇਤਰੇ ਖਰੀਦੇ ਆ। ਠੀਕ ਹੈ, ਤੇ ਉਹ ਖਰਚਾ ਵੀ ਉੱਤੇ ਪਿਆ ਸੀ। ਅਸੀਂ ਆਂਦੇ ਹਨ ਤੇ ਚਲੋ ਕੋਈ ਰੋਜ਼ੀ ਲੱਭ ਜੇ, ਤੇ ਉਹ ਫਿਰ ਐਂਡ ਤੇ ਮਾਰਕੀਟ ਡਾਊਨ ਹੋ ਗਈ, ਜਿਹੜਾ ਨਾ ਉਹਨਾਂ ਚੋਂ ਘਾਟਾ ਪਿਆ। ਅੱਛਾ, ਯਾਨੀ ਕਿ ਤੁਹਾਡੀ ਖਰੀਦਦਾਰੀ ਮਹਿੰਗੀ ਸੀ ਤੇ ਇਸ ਦਫਾ ਜਿਹੜਾ ਮਾਰਕੀਟ 'ਚ ਮਹਿੰਗੇ ਜਾਨਵਰ ਦੀ ਮੰਗ ਘੱਟ ਸੀ ਜੀ, ਉਸ ਵਜ੍ਹਾ ਤੋਂ ਜਿਹੜਾ ਤੁਹਾਨੂੰ ਨੁਕਸਾਨ ਹੋਇਆ। ਹਾਂਜੀ। ਤੇ ਜਿਹੜੀ ਤੁਹਾਡੀ ਆ ਖਰੀਦਦਾਰੀ ਹੈ ਕਟੀਆਂ ਦੀ, ਇਹਦੇ ਤੋਂ ਤੁਸੀਂ ਮੁਤਮਿਨ ਹੋ ਕਿ ਇਹਨਾਂ ਦੀ ਖਰੀਦਦਾਰੀ ਤੁਸੀਂ ਸਹੀ ਕੀਤੀ? ਹਾਂਜੀ, ਇਹਦੀ ਠੀਕ ਹੈ। ਜਦੋਂ ਇੱਕ ਮੈਂ ਸੁਣਦੀ ਏ ਉਹ ਕਿੰਨੇ ਦੀ ਵਿਕ ਜਾਂਦੀ ਹੈ? ਉਹ ਸਮਝ ਲਓ ਇਹ ਹੁਣ 94 ਦੀ ਐਵਰੇਜ ਸਾਨੂੰ ਪਈਆਂ ਨਾ,
ਇਹ ਸਮਝ ਲਓ ਪੌਣੇ 2 ਦੀ, 2.25 ਦੀ, 1.60-70 ਦੀ, ਇੱਥੋਂ ਤੱਕ ਵਿਕ ਜਾਏਗੀ। ਅੱਛਾ, ਕੋਈ ਵਿੱਚ 1.5 ਦੀ ਵੀ ਵਿਕੇਗੀ। 2 ਤੋਂ ਉੱਤੇ ਨਹੀਂ ਵਿਕੇਦੀ ਕੋਈ? 2 ਤੋਂ ਉੱਤੇ ਵੀ ਵਿਕਣਦੀਆਂ ਜਿਹੜੀਆਂ ਵਿੱਚ ਝੋਟੀਆਂ ਹੈ। ਉਹ ਨਸਲਾਂ ਤੇ ਡਿਪੈਂਡ ਕਰਦਾ ਹੈ। ਹਾਂਜੀ। 100 ਜਾਨਵਰਾਂ ਵਾਸਤੇ ਤੁਸੀਂ ਕਿੰਨੇ ਕਿੱਲੇ ਪੱਠੇ ਕਾਸ਼ਤ ਕੀਤੇ ਨੇ? ਸਮਝ ਲਓ 15 ਕਿੱਲੇ ਆਹ ਸਟਾਲਾ ਬੀਜਿਆ। ਆਪਣਾ ਕਿ ਠੇਕੇ ਤੇ ਲਈ ਠੇਕੇ ਹੈ? ਤੇ ਪੈਲੀ ਲਈ। ਸਾਰੀ? ਹਾਂਜੀ। ਆਪਣੀ ਕਿੰਨੀ ਹੈ? ਆਪਣੀ ਨਹੀਂ ਹੈ। ਆਪਣੀ ਬਿਲਕੁਲ ਹੈ ਨਹੀਂ? ਨਹੀਂ ਸਰ ਫਿਰ ਬੜੀ ਗੱਲ ਹੈ ਕਿ ਤੁਸੀਂ ਆਪਣੀ ਜ਼ਮੀਨ ਨਾ ਹੋਣ ਦੇ ਬਾਵਜੂਦ ਪਹਿਲੇ ਵੱਛਿਆਂ ਦਾ ਕੰਮ ਵੀ ਕਰਦੇ ਰਹੇ ਹੋ। ਹਾਂਜੀ। ਹੁਣ ਤੁਸੀਂ ਮਾਸ਼ਾਅੱਲਾ 100 ਕੱਟੀਆਂ ਵੀ ਪਾ ਲੀਆਂ ਨੇ ਜੀ। ਤੇ 15 ਕਿੱਲੇ ਜਿਹੜੇ ਪੱਠੇ ਨੇ ਹਾਂਜੀ। ਉਹ 100 ਕੱਟੀ ਵਾਸਤੇ ਕਾਫੀ ਨੇ? ਨਹੀਂ, ਹੋਰ ਬੀਜਣੇ ਜਾਈਏ, ਮੁੰਜੀ ਵੱਢਣ ਵਾਲੀਆਂ ਨਾ, ਹੋਰ ਬੀਜਣੇ ਨੇ। ਉਹ ਵੀ ਠੇਕੇ ਤੇ ਲਓ ਦੇ? ਉਹ ਠੇਕੇ ਤੇ ਹੀ ਸਾਡੇ ਕੋਲ ਸਾਲ ਵਾਸਤੇ ਪੈਲੀ ਠੇਕੇ ਤੇ ਲਈ। ਤੇ ਠੇਕਾ ਕੀ ਚੱਲਦਾ ਪਿਆ? ਠੇਕਾ ਸਮਝ ਲਓ 50-55 ਵੀ ਚੱਲਦਾ ਹੈ, ਵਿੱਚੋਂ 30-35 ਤੋਂ ਵੀ ਲਈ। ਕੁਝ ਲੋਕ ਨੇ ਉਹ ਸਜਰੀਆਂ ਮੱਝਾਂ ਲੈ ਲੈਂਦੇ ਨੇ, ਤੁਸੀਂ ਕੱਟੀਆਂ ਲਈਆਂ ਨੇ। ਹਾਂਜੀ। ਤੁਹਾਡੇ ਖਿਆਲ ਨਾਲ ਕੱਟੀਆਂ ਲੈ ਕੇ ਪਾਲਣਾ ਬਿਹਤਰ ਹੈ ਜਾਂ ਮੱਝਾਂ ਦਾ ਦੁੱਧ ਵੇਚਣਾ ਬਿਹਤਰ ਹੈ? ਉਹ ਤੇ ਸ਼ਹਿਰਦਾਰੀ 'ਚ ਇੱਥੇ ਹੁਣ 75 ਰੁਪਏ ਕਿਲੋ, 70 ਰੁਪਏ ਕਿਲੋ ਦੁੱਧ ਵਿਕਦਾ, ਉਹ ਖਰਚਾ ਨਹੀਂ ਪੂਰਾ ਹੁੰਦਾ। ਠੀਕ ਹੈ। ਹਾਂ, ਤਾਂ ਫਿਰ ਇਹ ਕੱਟੀਆਂ ਪਾ ਲਈਆਂ। ਅੱਛਾ, ਯਾਨੀ ਇਹ ਬਿਹਤਰ ਹੈ। ਹਾਂਜੀ। ਠੀਕ ਹੈ। ਅੱਛਾ ਭਾਈ, ਮਾਸ਼ਾਅੱਲਾ ਤੁਸੀਂ ਕਾਫੀ ਕੀਮਤੀ ਤੇ ਅੱਛੀਆਂ ਗੱਲਾਂ ਦੱਸੀਆਂ ਨੇ ਆਪਣੇ ਕਾਰੋਬਾਰ ਦੇ ਮੁਤਲਕ। ਤੁਹਾਡੇ ਕੰਮ ਦੇ ਮੁਤਲਕ ਕੋਈ ਅਹਿਮ ਸਵਾਲ ਅਗਰ ਰਹਿ ਗਿਆ ਹੋਏ ਤੇ ਉਹ ਵੀ ਜਿਹੜਾ ਨਾ ਸ਼ੇਅਰ ਕਰ ਦਿਓ। ਸਾਰੇ ਸਵਾਲ ਤਕਰੀਬਨ ਹੋ ਗਏ ਨੇ? ਹਾਂਜੀ। ਠੀਕ ਹੈ। ਅਗਰ ਕੋਈ ਭਾਈ ਇਹ ਕੰਮ ਕਰਨਾ ਚਾਹੁੰਦਾ ਹੈ, ਕੱਟੀਆਂ ਰੱਖ ਕੇ ਜੀ, ਆਪਣਾ ਫਾਰਮ ਬਣਾਉਣਾ ਚਾਹੁੰਦਾ ਹੈ, ਤੁਸੀਂ ਉਹਨੂੰ ਕੀ ਮਸ਼ਵਰਾ ਦੋਗੇ? ਨਹੀਂ, ਅੱਛਾ ਕੰਮ, ਬਿਹਤਰ ਹੈ। ਜੀ। ਠੀਕ ਹੈ। ਤੇ ਅਗਰ ਕੋਈ ਭਾਈ ਕੱਟੀ ਲੈਣਾ ਚਾਹੁੰਦਾ ਹੈ, ਹਾਂਜੀ। ਵਨ ਲੱਗੀ ਜੀ। ਜਾਂ ਅੱਗੋਂ ਅੱਲਾ ਕਰੇ ਨਾ ਸੋਨਾ ਵੀ ਹੈ, ਤੇ ਤੁਹਾਡੇ ਨਾਲ ਰਾਬਤਾ ਕਰ ਸਕਦਾ ਹੈ? ਇਨਸ਼ਾਅੱਲਾ ਕਰਨ ਰਾਤ ਆ ਜੀ ਧਿਆਨ। ਤੇ ਕੀ ਮੋਬਾਈਲ ਨੰਬਰ ਹੈ ਭਾਈ ਇਹਨਾਂ ਦਾ? 0343 ਜੀ। 85 56 115। 0343 ਹਾਂਜੀ। 85 56 115। ਜੀ। ਜੀ ਜਵੇਦ ਭਾਈ, ਤੁਹਾਡਾ ਬੜਾ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ, ਬੜੀ ਅੱਛੀ ਗੁਫ਼ਤਗੂ ਕੀਤੀ ਹੈ। ਅੱਲਾਹ ਪਾਕ ਤੁਹਾਡੇ ਕੰਮ 'ਚ ਇਜ਼ਾਫਾ ਤੇ ਬਰਕਤ ਅਤਾ ਫਰਮਾਏ। ਅੱਲਾਹ ਹਾਫਿਜ਼। ਠੀਕ।